ਕਹਿੰਦੇ ਹਨ ਜੈਸਾ ਬੀਜੈ ਤੈਸਾ ਲੋਣੇ, ਕਰਮਾਂ ਸੰਦੜਾ ਖੇਤ। ਜਿਹੋ ਦੇ ਬੀਜ ਬੀਜਦੇ ਹੋ ਤੁਸੀਂ ਵੈਸਾ ਹੀ ਵੱਢਦੇ ਹੋ। ਜਦੋਂ ਆਦਮੀ ਬੀਜਦਾ ਹੈ ਉਦੋਂ ਉਹਨੂੰ ਖਿਆਲ ਵਿੱਚ ਨਹੀਂ ਆਉਂਦਾ ਹੈ ਬੀਜਣ ਵੇਲੇ ਨਹੀਂ ਪਤਾ ਲੱਗਦਾ ਹੈ, ਫਸਲ ਵੱਢਣ ਵੇਲੇ ਪਤਾ ਲੱਗਦਾ ਹੈ। ਜਿਵੇਂ ਭਗਤ ਜੀ ਕਹਿੰਦੇ ਹਨ, ਲੋੜ ਇਹ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ। ਉਹ ਸੁੱਖ ਚਾਹੁੰਦਾ ਹੈ ਤੇ ਬੀਜ ਰਿਹਾ ਹੈ ਦੁੱਖ ਦੇ ਬੀਜ। ਜਦੋਂ ਤੁਸੀਂ ਮੋਹ ਦੇ ਸੰਬੰਧ ਬਣਾਉਂਦੇ ਹੋ ਤੇ ਮੋਹ ਦੇ ਵਿੱਚ ਸੁੱਖ ਲੈਂਦੇ ਹੋ, ਬੱਚੇ ਜਦੋਂ ਪਾਲਦੇ ਹੋ ਤੁਸੀਂ ਸੁੱਖ ਲੈਂਦੇ ਹੋ, ਮੋਹ ਦੇ ਸੰਬੰਧਾਂ ਵਿੱਚ ਬੜਾ ਸੁੱਖ ਮਿਲਦਾ, ਤਦੇ ਤੇ ਬਣਾਉਂਦੇ ਹੋ ਤੁਸੀਂ। ਅਤੇ ਜਦੋਂ ਤੁਸੀਂ ਸੁੱਖ ਲੈਂਦੇ ਹੋ ਮੋਹ ਦੇ ਸੰਬੰਧ ਬਣਾ ਕੇ, ਉਦੋਂ ਤੁਹਾਨੂੰ ਇਹ ਨਹੀਂ ਖਿਆਲ ਵਿੱਚ ਆਉਂਦਾ ਹੈ ਵੀ ਇਹਦਾ ਉਲਟਾ ਵੀ ਹੋਵੇਗਾ। ਜਿੰਨਾ ਹੀ ਸੁੱਖ ਲਵਾਂਗੇ ਸੰਬੰਧ ਬਣਾ ਕੇ ਮੋਹ ਦੇ, ਓਨਾ ਹੀ ਦੁੱਖ ਵੀ ਮਿਲੇਗਾ। ਇਹੋ ਹੀ ਹੈ ਕਰਮ। ਜੈਸਾ ਕਰਮ ਕਰੋਗੇ ਤੈਸਾ, ਭਾਵ ਕਿ ਝੂਠ ਦੇ ਨਾਲ ਜਿੰਨਾ ਜੁੜੋਗੇ ਓਨਾ ਹੀ ਝੂਠ ਤੋਂ ਛੁੱਟਣ ਵਾਸਤੇ ਵੀ ਦੁੱਖ ਮਿਲੇਗਾ ਹੀ ਮਿਲੇਗਾ ਨਾ। ਜਿੰਨਾ ਸੰਸਾਰ ਦੇ ਵਿੱਚ ਜਾਓਗੇ ਬਾਹਰ ਨਿਕਲਣ ਵਾਸਤੇ ਵੀ ਓਨੀ ਹੀ ਕੋਸ਼ਿਸ਼ ਕਰਨੀ ਪਵੇਗੀ। ਚਿੱਕੜ 'ਚ ਜਿੰਨਾ ਜਾਓਗੇ, ਚਿੱਕੜ 'ਚੋਂ ਬਾਹਰ ਨਿਕਲਣ ਵਾਸਤੇ, ਬਾਹਰ ਭਾਵੇਂ ਕੋਈ ਤੁਹਾਨੂੰ ਪੁਕਾਰ ਰਿਹਾ ਵੀ ਨਿਕਲ ਆਓ ਨਿਕਲ ਆਓ ਨਿਕਲ ਆਓ, ਪਰ ਨਿਕਲਣਾ ਬਹੁਤ ਕਠਿਨ ਹੈ। ਚਿੱਕੜ ਪਕੜ ਲੈਂਦਾ ਹੈ, ਪੈਰ ਚੱਲਦੇ ਨਹੀਂ ਹਨ, ਕਦਮ ਹਿਲਦੇ ਨਹੀਂ ਹਨ, ਸੁਰਤ ਵਾਰ-ਵਾਰ ਸੰਸਾਰ ਦੇ ਵਿੱਚ ਜਾਂਦੀ। ਅਤੇ ਜਿਹਦੇ ਨਾਲ ਜਿੰਨਾ ਲਗਾਵ ਜ਼ਿਆਦਾ ਹੋਵੇਗਾ, ਜਿੰਨਾ ਮੋਹ ਜ਼ਿਆਦਾ ਹੋਵੇਗਾ, ਓਨਾ ਹੀ ਉਸੇ ਤਾਦਾਦ ਦੇ ਵਿੱਚ ਦੁੱਖ ਹੋਵੇਗਾ। ਫਿਰ ਤੁਸੀਂ ਇਹ ਨਾ ਸੋਚੋ ਭਈ ਅਸੀਂ ਸਮਝ ਕੇ ਇਸ ਦੁੱਖ ਤੋਂ ਛੁੱਟ ਸਕਦੇ ਹਾਂ। ਕਈ ਸੱਜਣੇ ਇਉਂ ਹੀ ਸੋਚਦੇ ਹਨ ਵੀ ਸੰਸਾਰ ਝੂਠ ਹੈ, ਵਿਅਰਥ ਹੈ, ਸਪਨਾ ਹੈ। ਇਹੋ ਜਿਹੀਆਂ ਗੱਲਾਂ ਰੋਜ਼ ਸੁਣੀ ਜਾਵਾਂਗੇ ਅਤੇ ਸਮਝ ਜਾਵਾਂਗੇ ਕਿਸੇ ਦਿਨ, ਅਤੇ ਸਮਝ ਕੇ ਫਿਰ ਛੁਟਕਾਰਾ ਹੋ ਜੂਗਾ। ਨਹੀਂ, ਸਮਝ ਕੇ ਨਹੀਂ ਹੋਣਾ ਹੈ ਛੁਟਕਾਰਾ, ਧਿਆਨ ਹਟਾ ਕੇ ਹੋਣਾ ਹੈ। ਤੁਸੀਂ ਸਮਝ ਲਓਗੇ ਜਦੋਂ ਕੋਈ ਦੁਰਘਟਨਾ ਵਿਆਪ ਗਈ, ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਦੂਰ ਚਲੇ ਗਿਆ ਜਾਂ ਸਰੀਰ ਛੱਡ ਗਿਆ, ਜਿਹਦੇ ਨਾਲ ਜ਼ਿਆਦਾ ਮੋਹ ਹੈ, ਲਗਾਵ ਹੈ, ਉਦੋਂ ਤੁਸੀਂ ਲੱਖ ਸਮਝਾਓ ਮਨ ਨੂੰ ਵੀ ਇਹ ਸਪਨਾ ਸੀ, ਇਹ ਝੂਠ ਸੀ, ਇਹ ਮੋਹ ਸੀ, ਇਹ ਆਪਣਾ ਨਹੀਂ ਸੀ, ਪਰ ਮਨ ਵਾਰ-ਵਾਰ ਉੱਥੇ ਜਾਵੇਗਾ। ਜਿਵੇਂ ਮੱਖੀ ਨਹੀਂ ਆ ਵਾਰ-ਵਾਰ ਜਾਂਦੀ ਮਿੱਠੇ 'ਤੇ, ਫਿਰ ਮਿੱਠਾ ਚੱਕ ਵੀ ਲਓ ਉੱਥੋਂ ਤਾਂ ਵੀ ਮੱਖੀ ਉੱਥੇ ਜਾਵੇਗੀ ਵਾਰ-ਵਾਰ, ਗੇੜੇ ਮਾਰੇਗੀ। ਇੱਦਾਂ ਹੀ ਮਨ ਹੈ, ਜਿੱਥੇ ਮੋਹ ਹੈ, ਜਿੱਥੇ ਲਗਾਵ ਹੈ, ਅਤੇ ਹਰ ਇੱਕ ਦਾ ਲਗਾਵ ਅਲੱਗ-ਅਲੱਗ, ਕਿਸੇ ਦਾ ਧਨ 'ਤੇ ਹੋ ਸਕਦਾ। ਤਦੇ ਕਿਹਾ ਹੈ ਨਾ, ਧਨੀ ਆਦਮੀ ਵਾਸਤੇ ਅੰਤ ਕਾਲ ਜੋ ਲక్ష్ਮੀ ਸਿਮਰ, ਐਸੀ ਚਿੰਤਾ ਮੇਂ ਜੇ ਮਰ ਸਰਪ ਜੋਨ ਬਲ ਬਲ। ਭਾਵ ਕਿ ਸੱਪ ਬਣ ਕੇ ਉਹ ਉਹਦੇ ਉੱਪਰ ਬੈਠ ਜਾਂਦਾ ਧਨ। ਫਿਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਮਰਨ ਤੋਂ ਬਾਅਦ ਵੀ। ਦੇਖੋ, ਕਿਉਂਕਿ ਮਨ ਉੱਥੇ ਹੈ ਨਾ, ਧਿਆਨ ਉੱਥੇ।
ਜਿੱਥੇ ਧਿਆਨ ਹੈ ਮਰਨ ਤੋਂ ਬਾਅਦ ਵੀ ਉੱਥੇ ਰਹੋਗੇ ਨਾ, ਇਹੋ ਹੀ ਨਰਕ ਹੈ। ਨਰਕ ਭੋਗਦਾ ਹੈ ਮਨ। ਇੱਕ ਤੇ ਹੈ ਸਰੀਰ ਦਾ ਦੁੱਖ ਸੁੱਖ, ਦੂਸਰਾ ਹੈ ਮਨ। ਮਨ ਦਾ ਹੈ ਹਰਖ ਤੇ ਸੋਗ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਤੇ ਹਰਖ ਸੋਗ, ਖੁਸ਼ੀ ਗਮੀ। ਤੇ ਖੁਸ਼ੀ ਗਮੀ ਮਿਲਦੀ ਹੈ ਬਾਹਰ ਲਗਾਵ ਦੇ ਨਾਲ। ਤੇ ਮਨ ਜੁੜਿਆ ਹੋਇਆ ਸਰੀਰ ਦੇ ਨਾਲ, ਤੇ ਜਦੋਂ ਇਹ ਦੁਖੀ ਹੁੰਦਾ ਹੈ ਮਨ, ਤੇ ਸਰੀਰ ਵੀ ਨਾਲ ਦੁਖੀ ਹੁੰਦਾ ਹੈ। ਜਦੋਂ ਮਨ ਖੁਸ਼ ਹੁੰਦਾ ਹੈ ਤੇ ਸਰੀਰ ਵੀ ਖੁਸ਼ ਹੁੰਦਾ ਹੈ, ਕਿਉਂਕਿ ਦੋਵੇਂ ਜੁੜੇ ਹੋਏ ਹਨ। ਤੇ ਪਹਿਲਾਂ ਤੇ ਲਗਾਵ ਬਾਹਰੋਂ ਹਟੇਗਾ, ਫਿਰ ਸਰੀਰ ਨਾਲੋਂ ਹਟੇਗਾ। ਪਰ ਬਾਹਰੋਂ ਵੀ ਲਗਾ ਜਿਹੜਾ ਹੈ ਇਹ ਹਟਾਉਣਾ ਕਠਿਨ ਹੈ। ਸਰੀਰ ਨਾਲੋਂ ਹਟਾਉਣਾ ਹੋਰ ਵੀ ਕਠਿਨ ਹੈ। ਕਈ ਤਾਂ ਸਰੀਰ ਦਾ ਚਿੰਤਨ ਕਰਦੇ ਰਹਿੰਦੇ। ਜ਼ਿਆਦਾਤਰ ਜਿਨ੍ਹਾਂ ਦਾ ਬਾਹਰੋਂ ਹਟ ਜਾਂਦਾ ਹੈ, ਬਹੁਤੇ ਸਾਧੂ ਮਹਾਤਮਾ ਵੀ ਅਸੀਂ ਦੇਖੇ, ਸਰੀਰ ਦਾ ਬੜਾ ਖਿਆਲ ਰੱਖਦੇ। ਕੀ ਖਾਣਾ, ਕਿੰਨਾ ਖਾਣਾ, ਬਹੁਤ ਸੋਚਦੇ। ਉਹਨਾਂ ਦਾ ਸਰੀਰ ਨਾਲ ਲਗਾਵ ਜ਼ਿਆਦਾ ਹੋ ਜਾਂਦਾ। ਤੇ ਸਰੀਰ ਦਾ ਦੁੱਖ ਤੇ ਜਿਨ੍ਹਾਂ ਦਾ ਬਾਹਰ ਲਗਾਵ ਜ਼ਿਆਦਾ ਹੈ, ਉਹ ਫਿਰ ਬਾਹਰਲਾ ਦੁੱਖ ਵੀ ਪਾਉਂਦੇ ਹਨ ਜਦੋਂ ਉਹਨਾਂ ਨੂੰ ਛੱਡਦੇ ਹਨ। ਮਰਨ ਵੇਲੇ ਵੀ ਇਹੋ ਹੀ ਦੁੱਖ ਹੁੰਦਾ ਹੈ ਨਾ। ਬਹੁਤ ਆਦਮੀ ਤੜਫਦਾ ਹੈ। ਸਰੀਰ ਕਰਕੇ ਤਾਂ ਦੁੱਖ ਹੁੰਦਾ ਹੀ ਹੁੰਦਾ ਹੈ, ਮਨ ਕਰਕੇ ਹੋਰ ਵੀ ਜ਼ਿਆਦਾ ਹੁੰਦਾ ਹੈ, ਕਿਉਂਕਿ ਸਾਰਿਆਂ ਨੂੰ ਛੱਡਣਾ ਹੈ। ਤੁਹਾਡੇ ਕੋਲ ਇੱਕ ਨਹੀਂ ਛੁੱਟਦਾ, ਇੱਕ ਵੱਲੋਂ ਧਿਆਨ ਨਹੀਂ ਹਟਦਾ ਹੈ, ਫਿਰ ਇੱਕਦਮ ਸਭ ਵੱਲੋਂ ਧਿਆਨ ਹਟਾਉਣਾ, ਛੁੱਟ ਜਾਣਾ ਸਭ ਕੁਛ, ਦੁਬਾਰਾ ਕਿਸੇ ਨੇ ਮਿਲਣਾ ਨਹੀਂ। ਤੇ ਆਦਮੀ ਤੜਫਦਾ ਹੈ। ਇਹੋ ਹੀ ਤੜਫਣ ਅੱਗੇ ਜਾਰੀ ਰਹਿੰਦੀ ਹੈ ਮਨ ਦੀ। ਇਹੋ ਹੀ ਨਰਕ ਹੈ। ਸੰਸਾਰ 'ਚ ਲਗਾਵ ਰਹਿ ਗਿਆ ਤੇ ਉਹੀ ਨਰਕ ਭੋਗਦਾ ਹੈ। ਮਨ ਜੁੜਿਆ ਰਹਿ ਗਿਆ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨ ਮਾਸਾ ਹੈ। ਗੁਰਮੁਖ ਨਿਰਲੇਪ ਹੋ ਜਾਂਦਾ ਹੈ ਤੇ ਸਾਰੇ ਹੀ ਨਰਕ ਮਨ ਮੁਖ ਭੋਗਦਾ ਹੈ। ਜਿਹੜਾ ਮਨ ਦੇ ਪਿੱਛੇ ਲੱਗਾ ਹੈ, ਮਨ ਸੰਸਾਰ ਦੇ ਪਿੱਛੇ ਲੱਗਾ ਹੈ, ਸੰਸਾਰ 'ਚ ਉਲਝਾ ਹੋਇਆ। ਫਿਰ ਦੂਸਰੀ ਗੱਲ ਇਹ ਹੈ ਵੀ ਇਹ ਜਿਹੜਾ ਲਗਾਵ ਹੈ, ਇੱਕ ਤਾਂ ਤੁਹਾਡੇ ਵੱਲੋਂ ਹੈ ਤੇ ਦੂਸਰਾ ਹੈ ਸੰਸਾਰਿਕ ਲੋਕਾਂ ਵੱਲੋਂ। ਅਗਰ ਤੁਸੀਂ ਲਗਾਵ ਹਟਾਉਣਾ ਚਾਹੋ ਪਰ ਦੂਸਰੇ ਨਹੀਂ ਹਟਣ ਦਿੰਦੇ ਹਨ। ਹੁਣ ਜਿਵੇਂ ਇਸ ਮਾਈ ਨੂੰ ਮੈਂ ਦੱਸਿਆ ਵੀ ਤੂੰ ਹੁਣ ਪਿਛਲੀਆਂ ਗੱਲਾਂ ਬਿਲਕੁਲ ਨਾ ਕਰ, ਨਾ ਉਹਨੂੰ ਯਾਦ ਕਰ, ਨਾ ਚੇਤੇ ਕਰ, ਬਲਕਿ ਕੋਈ ਵੀ ਯਾਦਾਸ਼ਤ ਜਿਹੜੀ ਹੈ ਗਹਿਰੀ, ਅਗਰ ਉਹਦੇ ਘਰ ਦੇ ਵਿੱਚ ਪਈ ਹੋਈ ਹੈ, ਉਹਨੂੰ ਵੀ ਹਟਾ ਦੇਵੇ, ਫੋਟੋਆਂ ਵੀ ਹਟਾ ਦੇਵੇ, ਕੋਈ ਗੱਲ ਨਾ ਕਰੇ। ਪਰ ਲੋਕ ਨਹੀਂ ਹਟਦੇ ਹਨ। ਤੁਹਾਡੇ ਆਪਣੇ ਹੀ ਖਿਆਲ ਵਿੱਚ ਕਰੋ, ਲਓ ਤੁਸੀਂ, ਆਪਣੇ ਹੀ ਤੁਹਾਨੂੰ ਕਿੰਨਾ ਦੁੱਖ ਦਿੰਦੇ ਹਨ। ਵਾਰ-ਵਾਰ ਉਹਨਾਂ ਦੀਆਂ ਗੱਲਾਂ ਕਰਨਗੇ ਜਿਨ੍ਹਾਂ ਕਰਕੇ ਤੁਹਾਨੂੰ ਦੁੱਖ ਮਿਲਦਾ ਹੈ। ਤੁਸੀਂ ਕਹਿੰਦੇ ਹੋ ਆਪਣੇ ਹਨ, ਤੇ ਲੋਕ ਆਲੇ ਦੁਆਲੇ ਦੇ ਯਾਦ ਦਿਵਾਉਂਦੇ ਰਹਿੰਦੇ ਹਨ, ਚੇਤਾ ਦਿਵਾਉਂਦੇ। ਆਪਣੇ ਹੀ ਤੁਹਾਡੇ ਤੁਹਾਨੂੰ ਦੁਖੀ ਕਰਕੇ ਵੀ ਖੁਸ਼ ਹੋ ਜਾਂਦੇ ਵੀ ਉਹਨਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਜਿਹੜੇ ਚਲੇ ਗਏ। ਜਿਹੜਾ ਸਮਾਂ ਬੀਤ ਹੀ ਗਿਆ ਉਹਨੂੰ ਫਿਰ ਕਿਉਂ
ਫਰੋਲ ਦਿਓ। ਜ਼ਰਾ ਰਿਹਾ ਹੀ ਮਿੱਟੀ ਫਰੋਲਣ ਵਾਲੀ ਗੱਲ ਹੈ। ਫਿਰ ਲੋਕਾਂ ਨਾਲੋਂ ਅਗਰ ਤੁਸੀਂ ਸੰਬੰਧ ਘਟਾ ਦਿਓ, ਜਿਹੜੇ ਲੋਕ ਐਸੇ ਹਨ ਤੁਹਾਨੂੰ ਸੰਸਾਰ ਨਾਲ ਜੋੜਦੇ ਹਨ ਜਾਂ ਪਿਛਲਿਆਂ ਨਾਲ ਜੋੜ ਰਹੇ ਹਨ, ਫਿਰ ਸਖਾਲਾ ਹੋਵੇਗਾ। ਪਰ ਲੋਕਾਂ ਨਾਲੋਂ ਸੰਬੰਧ ਤੋੜਨਾ ਬਹੁਤ ਕਠਿਨ ਹੈ। ਸਾਰਿਆਂ ਨਾਲ ਤੋੜਨਾ ਪਵੇਗਾ, ਕਿਉਂਕਿ ਸਾਰੇ ਹੀ ਤਾਂ ਸੰਸਾਰ ਨਾਲ ਜੋੜ ਰਹੇ ਹਨ, ਪੁੱਤਾਂ ਧੀਆਂ ਨਾਲ ਜੋੜ ਰਹੇ ਹਨ, ਕਾਰੋਬਾਰ ਨਾਲ ਜੋੜ ਰਹੇ। ਅਤੇ ਹਰ ਇੱਕ ਹੀ ਤੁਹਾਨੂੰ ਆਣ ਕੇ ਕਹਿੰਦਾ ਹੈ ਨਾ, ਬੱਚਿਆਂ ਦਾ ਖਿਆਲ ਰੱਖੋ। ਖਿਆਲ ਰੱਖਣ ਵਾਸਤੇ ਸਭ ਕਹਿੰਦੇ ਹਨ। ਮੇਰੇ ਵਰਗਾ ਤਾਂ ਕੋਈ ਵਿਰਲਾ ਹੀ ਹੋਵੇਗਾ ਕੋਟ ਨਵੇਂ ਕੋ ਵੀ ਜਿਹੜਾ ਕਹਿੰਦਾ ਹੋਵੇ ਵੀ ਖਿਆਲ ਘੱਟ ਰੱਖੋ ਥੋੜ੍ਹਾ ਜਿਹਾ ਬੱਚਿਆਂ ਵੱਲ। ਬੱਚਿਆਂ ਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਆਪੇ ਜੀ ਲੈਣਗੇ ਜਿਸ ਤਰ੍ਹਾਂ ਦਾ ਜੀਣਾ ਹੋਊਗਾ। ਉਹਨਾਂ ਦੇ ਕਰਮ ਉਹਨਾਂ ਦੇ ਨਾਲ। ਜ਼ਿਆਦਾ ਤਾਂ ਇਹੋ ਕਹਿੰਦੇ ਹਨ ਵੀ ਤੁਸੀਂ ਖਿਆਲ ਰੱਖਣਾ, ਤੁਸੀਂ ਕਰਮ ਬਣਾਉਣੇ ਹਨ, ਤੁਸੀਂ ਪੜ੍ਹਾਉਣਾ ਲਿਖਾਉਣਾ। ਮੈਂ ਤਾਂ ਕਹਿਣਾ ਵੀ ਤੁਸੀਂ ਉਹਨਾਂ 'ਤੇ ਛੱਡੋ। ਉਹ ਆਪਣਾ ਰਿਜ਼ਕ ਨਾਲ ਲੈ ਕੇ ਆਏ ਹਨ। ਜੋ ਕੁਛ ਕਰਨਾ ਹੈ ਉਹਨਾਂ ਨੇ ਕਰਨਾ ਹੈ। ਅਤੇ ਬੱਚਿਆਂ ਨੂੰ ਧਿਆਨ ਘਟਾਉਣ ਨੂੰ ਕੋਈ ਨਹੀਂ ਕਹਿੰਦਾ। ਅਤੇ ਜਿਹੜਾ ਸ਼ੁਰੂਆਤ ਤੋਂ ਹੀ ਬੱਚਿਆਂ ਵੱਲ ਧਿਆਨ ਘੱਟ ਦੇਵੇਗਾ, ਖਿਆਲ ਵਿੱਚ ਰੱਖੋ, ਉਹਦਾ ਓਨਾ ਹੀ ਮੋਹ ਘੱਟ ਬਣੇਗਾ ਅਤੇ ਉਹਨੂੰ ਓਨਾ ਹੀ ਸਖਾਲਾ ਹੋਵੇਗਾ ਛੱਡਣਾ। ਮੈਂ ਅਕਸਰ ਕਹਿੰਦਾ ਹੁੰਦਾ ਹਾਂ ਨੌਜਵਾਨਾਂ ਨੂੰ ਵੀ ਤੁਹਾਡੀ ਇਹੋ ਹੀ ਸਾਧਨਾ ਹੈ। ਅਗਰ ਬੱਚੇ ਛੋਟੇ ਹਨ ਅਤੇ ਉਹਨਾਂ ਦੀ ਪਰਵਰਿਸ਼ ਵੀ ਕਰਨੀ ਹੈ ਜ਼ਰੂਰੀ। ਪਰਵਰਿਸ਼ ਕਰੋ, ਪਰ ਖਿਆਲ ਵਿੱਚ ਰੱਖਦੇ ਰਹੋ ਇਹ ਵਾਰ-ਵਾਰ ਵੀ ਇਹਨਾਂ ਨਾਲ ਜ਼ਿਆਦਾ ਮੋਹ ਨਾ ਪਵੇ, ਜ਼ਿਆਦਾ ਲਗਾਵ ਨਾ ਹੋਵੇ। ਅਗਰ ਤੁਸੀਂ ਲਗਾਵ ਘਟਾਉਂਦੇ ਗਏ ਆਸਤੇ ਆਸਤੇ, ਇਹ ਆਪਣਿਆਂ ਨਾਲ ਜਿੰਨੇ ਵੀ ਹਨ, ਆਪਣੇ ਭਰਾ ਸਾਰਿਆਂ ਨਾਲ, ਅਤੇ ਤੁਸੀਂ ਜਵਾਨੀ ਤੋਂ ਬਾਅਦ ਫਿਰ ਬਹੁਤ ਹੀ ਸਖਾਲਾ ਹੋਵੇਗਾ ਤੁਹਾਨੂੰ ਧਿਆਨ ਹਟਾਉਣਾ। ਨਹੀਂ ਤਾਂ ਜਵਾਨੀ ਤੋਂ ਬਾਅਦ ਧਿਆਨ ਹੋਰ ਗਹਿਰਾ ਹੋ ਜਾਂਦਾ ਹੈ। ਬੁਢਾਪੇ 'ਚ ਧਿਆਨ ਹਟਾਉਣਾ ਬਹੁਤ ਕਠਿਨ ਹੈ। ਲੋਕ ਸੋਚ ਲੈਂਦੇ ਹਨ ਵੀ ਧਾਰਮਿਕ ਹੋ ਜਾਂਗੇ ਵਿਹਲੇ ਹੋ ਕੇ। ਨਹੀਂ, ਬੁਢਾਪੇ 'ਚ ਧਿਆਨ ਨਹੀਂ ਹਟਦਾ, ਕਿਉਂਕਿ ਹਰ ਚੀਜ਼ 'ਤੇ ਵੱਧ ਰਹੀ ਹੈ। ਹੁਣ ਤੁਸੀਂ ਜਿਨ੍ਹਾਂ ਨੂੰ ਚੇਤੇ ਕਰ ਰਹੇ ਹੋ ਉਹਨਾਂ ਦਾ ਚੇਤਾ ਹੋਰ ਗਹਿਰਾ ਹੀ ਹੁੰਦਾ ਜਾਵੇਗਾ ਨਾ, ਜਿਵੇਂ ਜਿਵੇਂ ਉਮਰ ਵਧੇ। ਇਸ ਕਰਕੇ ਮਰਨੋਂ ਵੀ ਬੁੱਢਾ ਡਰਦਾ। ਮਰਨ ਦੀਆਂ ਗੱਲਾਂ ਕਰਦੇ ਹਨ ਬੁੱਢੇ ਵੀ ਮੌਤ ਆ ਹੀ ਜਾਵੇ। ਚਾਹੁੰਦੇ ਵੀ ਹਨ ਮਰਨਾ, ਵੀ ਕਈ ਦਾ ਸਰੀਰ ਠੀਕ ਨਹੀਂ ਹੈ, ਬਿਮਾਰ ਰਹਿੰਦੇ ਹਨ, ਕੋਈ ਰਸ ਨਹੀਂ ਰਹਿ ਗਿਆ ਜੀਵਨ ਦੇ ਵਿੱਚ, ਅਤੇ ਆਦਮੀ ਸੋਚਦਾ ਮਰ ਹੀ ਜਾਈਏ। ਪਰ ਮੌਤ ਤੋਂ ਡਰਦਾ ਵੀ ਬਹੁਤ ਹੈ ਬੁੱਢਾ। ਇਹ ਦੋਵੇਂ ਗੱਲਾਂ ਨਾਲ ਨਾਲ ਹੁੰਦੀਆਂ, ਕਿਉਂਕਿ ਲਗਾਵ ਜ਼ਿਆਦਾ ਹੈ। ਜਿੰਨਾ ਲਗਾਵ ਹੈ ਉਹਨਾਂ ਮਰਨੋਂ ਵੀ ਡਰੇ, ਅਤੇ ਲਗਾਵ ਘੱਟ ਹੋਵੇਗਾ ਅਤੇ ਮਰਨੋਂ ਘੱਟ ਡਰੇਗਾ। ਅਤੇ ਜਿਹੜਾ ਮਰਨੋਂ ਘੱਟ ਡਰੇਗਾ ਨਾ, ਉਹ ਹੀ ਇਸ ਅਧਿਆਤਮ ਮਾਰਗ 'ਤੇ ਚੱਲ ਸਕਦਾ ਹੈ, ਕਿਉਂਕਿ ਇਹ ਵੀ ਇੱਧਰ ਵੀ ਮਰਨਾ ਹੈ, ਮਰਨਾ ਹੀ ਕਬੂਲ ਕਰਨਾ ਹੈ। ਸੰਸਾਰ ਵੱਲੋਂ ਮਰਨਾ ਹੈ, ਝੂਠ ਵੱਲੋਂ ਮਰਨਾ ਹੈ, ਅਗਰ ਸੱਚ ਵੱਲ ਜੀਣਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਪਰ ਝੂਠ ਵੱਲੋਂ ਮਰਨਾ ਬਹੁਤ ਕਠਿਨ ਹੈ। ਇਸੇ ਕਾਰਨ ਕਿਹਾ ਹੈ ਨਾ, ਕੋਟ ਨਵੇਂ ਕੋ ਨਾਰਾਇਣ ਜਿਹ ਚੀਜ਼। ਸੰਸਾਰ ਨਾਲ ਚਿੱਤ 'ਤੇ ਲਾਉਣ ਵਾਲੇ ਸਾਰੇ ਹੀ ਹਨ, ਪਰ ਚਿੱਤ ਹਟਾਉਣ ਵਾਲਾ ਕਰੋੜਾਂ 'ਚੋਂ ਹੀ, ਹੁਣ ਤਾਂ ਅਰਬਾਂ 'ਚੋਂ ਕਹਿ ਲਓ, ਕਿਉਂਕਿ ਜਨਸੰਖਿਆ ਬਹੁਤ ਵੱਧ ਗਈ। ਕੋਈ ਇੱਕ ਹੈ ਚਿੱਤ ਹਟਾਉਣ ਵਾਲਾ ਸੰਸਾਰ ਵੱਲੋਂ। ਬਹੁਤ ਕਠਿਨ ਹੈ, ਲੱਗਿਆ ਹੋਇਆ ਚਿੱਤ, ਜੁੜਿਆ ਹੋਇਆ ਚਿੱਤ ਸੰਸਾਰ ਵੱਲੋਂ ਹਟਾਉਣਾ ਸਖਾਲਾ ਨਹੀਂ ਹੈ। ਫਿਰ ਵੀ ਹਟ ਸਕਦਾ ਹੈ, ਐਸਾ ਨਹੀਂ ਵੀ ਨਹੀਂ ਹਟ ਸਕਦਾ। ਅਗਰ ਜੁੜ ਸਕਦਾ ਹੈ ਸੰਸਾਰ ਨਾਲ ਤਾਂ ਹਟ ਵੀ ਸਕਦਾ ਹੈ। ਜੋੜਿਆ ਵੀ ਤੁਸੀਂ ਆਸਤੇ ਆਸਤੇ,
ਚਲੋ ਨਹੀਂ ਸੀ ਪਤਾ ਤੇ ਜੁੜ ਗਿਆ ਹੌਲੀ ਹੌਲੀ। ਸਵਾਦ ਲੈਂਦੇ ਸੰਸਾਰ ਦਾ ਤੁਸੀਂ ਸਵਾਦਾਂ ਵਿੱਚ ਫਸ ਗਏ, ਜੁੜ ਗਏ। ਤੂੰ ਹੁਣ ਫਿਰ ਸਵਾਦ ਛੱਡੋ, ਫਿਰ ਰਸ-ਕਸ ਛੱਡੋ, ਫਿਰ ਜੋੜ ਛੱਡੋ। ਮੁਸ਼ਕਲ ਹੋਵੇਗੀ, ਕਠਿਨਾਈ ਹੋਵੇਗੀ, ਇਹੋ ਹੀ ਤਪੱਸਰਿਆ ਹੈ। ਜਿਹੜਾ ਕਠਿਨਾਈ ਤੋਂ ਡਰਦਾ ਹੈ ਨਾ, ਮੁਸ਼ਕਲਾਂ ਤੋਂ ਡਰਦਾ ਹੈ, ਉਹ ਅਧਿਆਤਮ ਮਾਰਗ 'ਤੇ ਥੋੜ੍ਹੀ ਚੱਲ ਸਕਦਾ। ਕਈ ਬਹੁਤ ਡਰਦੇ ਆ ਵੀ ਬੜੀ ਕਠਿਨ ਹੋਵੇਗਾ, ਮੁਸ਼ਕਲ ਹੋਵੇਗੀ, ਬੜਾ ਔਖਾ ਹੋਵੇਗਾ, ਕਿਵੇਂ ਛੁੱਟੇਗਾ ਇਹ। ਨਹੀਂ, ਇਹ ਸਾਹਸੀ ਜਿਹੜੇ ਆ ਨਾ ਉਹ ਵੀ ਕੰਮ ਕਰ ਸਕਦੇ। ਇਸ ਕਰਕੇ ਸੂਰਮੇ ਤੇ ਸੂਰਮੇ ਬਣੋ। ਤੇ ਸੂਰਮਤਾ ਹੀ ਸਾਰਿਆਂ 'ਚ ਹੀ ਹੈ, ਮਾਈਆਂ 'ਚ ਵੀ ਹੈ, ਕਿਉਂਕਿ ਇਹ ਬਾਹਰ ਦੀ ਸਰੀਰਕ ਦੀ ਸੂਰਮਤਾ ਹੀ ਥੋੜ੍ਹੀ ਹੈ, ਇਹ ਤਾਂ ਅੰਦਰ ਦਾ ਜਜ਼ਬਾ ਵੀ ਇਸ ਜਨਮ 'ਚ ਛੁਟਕਾਰਾ ਕਰਨਾ ਹੀ ਕਰਨਾ, ਨਹੀਂ ਤਾਂ ਫਿਰ ਅੱਗੇ ਜਨਮਾਂ 'ਚ ਭਟਕਣਾ ਪਵੇਗਾ। ਜਨਮ ਭਟਕ ਰਹੇ ਹੋ ਤੁਸੀਂ, ਕਿੰਨੇ ਜਨਮ ਭਟਕੋਗੇ, ਕਦੇ ਨਾ ਕਦੇ ਤਾਂ ਨਿਕਲਣਾ ਹੀ ਹੈ। ਅਤੇ ਮੈਂ ਕਹਿੰਦਾ ਹੁਣ ਹੀ ਨਿਕਲ ਆਓ, ਅਤੇ ਕੋਸ਼ਿਸ਼ ਕਰਕੇ ਨਿਕਲਣਾ ਪਵੇਗਾ। ਜਦੋਂ ਵੀ ਨਿਕਲਣਾ ਪਵੇਗਾ, ਬਿਨਾਂ ਕੋਸ਼ਿਸ਼ 'ਤੇ ਨਹੀਂ ਨਿਕਲ ਸਕਦੇ। ਫਿਰ ਤੁਸੀਂ ਗਾਂਹ ਜਾਓਗੇ, ਹੋਰ ਅਗਲੇ ਜਨਮ 'ਚ ਹੋਰ ਅੱਗੇ। ਮੈਂ ਕਹਿੰਦਾ ਬਥੇਰਾ ਅੱਗੇ ਚਲੇ ਗਏ, ਹੁਣ ਤੁਸੀਂ ਮੁੜ ਆਓ। ਮੁੜਨਾ ਕਠਿਨ ਹੈ, ਫਿਰ ਵੀ ਮੁੜਨਾ ਸ਼ੁਰੂ ਕਰ ਦਿਓ ਨਾ ਹੌਲੀ ਹੌਲੀ ਤੁਸੀਂ, ਅਤੇ ਆਸਤੇ ਤੁਸੀਂ ਮੁੜ ਸਕਦੇ ਹੋ ਫਿਰ ਵਾਪਸ ਆਪਣੇ ਘਰ। ਜਿਸ ਘਰ ਤੂੰ ਰਹਿਣਾ ਬਸਣਾ, ਸੋ ਕਰ ਦਿਓ ਬਸਾਰ। ਜਿਹੜੇ ਘਰ 'ਚ ਤੂੰ ਗਿਆ ਸੀ ਉਸੇ ਘਰ ਵਾਪਸ ਆਉਣਾ ਹੈ ਨਾ, ਅਤੇ ਆਸਤੇ ਤੁਸੀਂ ਵਾਪਸ ਆਓ, ਭਾਵੇਂ ਹੌਲੀ ਹੌਲੀ ਆਓ। ਮੁੜਨਾ ਕਠਿਨ ਹੈ, ਪਰ ਮੁੜ ਸਕਦੇ ਹੋ। ਧਿਆਨ ਹਟਾਉਣਾ ਕਠਿਨ ਹੈ, ਹਟ ਸਕਦਾ ਹੈ। ਧਿਆਨ ਹਟ ਗਿਆ ਝੂਠ ਵੱਲੋਂ, ਅਤੇ ਸੱਚ ਵੱਲ ਆਪੇ ਹੀ ਜੁੜੇਗਾ, ਭਲਾ ਆਪੇ ਹੀ ਜੁੜੇਗਾ।